कोई फंड नहीं कट होने, वो बेचारे गुलाम बन के उन्होंने नौकरी करनगे ते जदों रिटायर होणगे खाली हत्थ घर नूं आउणगे ते ना वो अपने बच्चों नूं वधिया सहूलतां दे सकणगे। लुੱਟ ये साडी होणी आ, क्योंकि चाहे कोई महकमा होवे, चाहे पंजाब पुलिस का, चाहे बिजली बोर्ड, सारे ही प्राइवेट करके, सारे ही खत्म करके ठेके ते दे के सारिਆਂ ਦੀਆਂ सहूलतां ਜਿਹੜੀਆਂ खत्म कर देनियां, उन्हां ਦੀਆਂ ਆਪਣੀਆਂ पक्कियां। ਤੁਹਾਡੀ 40 साल की मेहनत का कोई ਤੁਹਾਨੂੰ पेंशन नहीं, ਤੇ ਉਹ ਇੱਕ ਵਾਰੀ MP बन गए ना, ਉਹਨਾਂ ਦੀ पेंशन पक्की आ, ਉਹਦੇ ਤੇ कोई सवाल नहीं। ਇਹ ਹੁਣ ਲੋੜ ਪੈਣੀ ਸਾਨੂੰ ਉਹਨਾਂ ਦੇ ਨਾਲ ਲੜਾਈ ਲੜਨੀ ਆ ਤੇ ਉਹਨਾਂ ਦੇ ਹੱਕ ਵੀ ਜਿਹੜੇ ਖੋਏ ਜਾਣ, ਜਿਹੜੇ ਨਜਾਇਜ਼ ਲੈ ਰਹੇ ਆ। 7-7 ਪੈਨਸ਼ਨਾਂ ਲੈ ਰਹੇ MP। ਇਦਾਂ ਦੇ ਵੀ MP ਹੈਗੇ ਜਿਹੜੇ ਇੱਕ ਦਿਨ ਵੀ ਸੰਸਦ ਦੇ ਵਿੱਚ ਨਹੀਂ ਗਏ ਤੇ ਆਰਾਮ ਦੇ ਨਾਲ ਜਿਹੜੀਆਂ ਸਹੂਲਤਾਂ ਆ ਸਰਕਾਰ ਦੀਆਂ ਉਹ ਲੈ ਰਹੇ ਆ। ਇਹ ਤੁਹਾਡੇ ਨਾਲ ਧੋਖਾ। ਸੋ ਇਹ ਪ੍ਰਾਪਰਟੀ ਡੀਲਰ ਬਣ ਗਏ। ਅਸੀਂ ਬਣਾ, ਸਾਡੇ ਲੋਕਾਂ ਨੇ ਵੋਟਾਂ ਪਾ ਕੇ MP ਬਣਾਇਆ ਸੀ ਤੇ ਬਣ ਗਿਆ ਇਹੋ PD ਪ੍ਰਾਪਰਟੀ ਡੀਲਰ। ਤੇ ਪ੍ਰਾਪਰਟੀ ਡੀਲਰ ਤਾਂ ਫਿਰ ਵੀ ਕੋਈ ਪਲਾਟ ਲੈ ਕੇ ਗਾਂਹ ਵੇਚਦਾ ਆ ਜਾਂ ਕਿਸੇ ਦਾ ਸੌਦਾ ਕਰਾਉਂਦਾ ਤੇ ਕਮਿਸ਼ਨ ਲੈਂਦਾ। ਇਹ ਏਦਾਂ ਦਾ ਬੇਵਕੂਫ ਪ੍ਰਾਪਰਟੀ ਡੀਲਰ MP ਬਣ ਗਿਆ, PM ਬਣ ਗਿਆ ਇਹੋ। ਉਹ ਇਹਨੇ ਸਾਰੇ ਤੋਂ ਪਹਿਲਾਂ ਤੁਹਾਡੀਆਂ ਉਹ ਚੀਜ਼ਾਂ ਵੇਚੀਆਂ ਜਿਹੜੀਆਂ ਵਧੀਆ रेलवे सी, एयरपोर्ट सी, वो सारे बेच दिते। ते आम बंदे ने स्टेशन के उत्ते जाना हुंदा सी ते 2 रुपए की सारिਆਂ ਨੂੰ पता कि टिकट सी स्टेशन की। किसी नूं पैसेंजर नूं अपने रिश्तेदार नूं लैण जाना, किसी नूं चढ़ाउण जाना, 2 रुपए की टिकट लैनी, उत्थे घंटा बैठो, 2 घंटा तो मियाद हुंदी सी। वो तुहाडे वो वधिया स्टेशन जिहड़े आ जी बड़े वधिया मॉडल दे बन रहे आ, पैसा ला के लाया जा रहा ਤੇ ਤੁਹਾਡੀਆਂ ਜੇਬਾਂ ਨੂੰ ਲੁੱਟਿਆ ਜਾ ਰਿਹਾ। ਉੱਥੇ 50 ਰੁਪਏ ਦੀ ਟਿਕਟ ਤੇ 50 ਰੁਪਏ ਦੇ ਵਿੱਚ ਬੰਦਾ ਜਲੰਧਰ ਤੋਂ ਲੁਧਿਆਣੇ ਪਹੁੰਚ ਜਾਂਦਾ ਤੇ ਉਹ 50 ਰੁਪਏ ਸਿਰਫ ਸਟੇਸ਼ਨ ਦੇ ਉੱਤੇ ਪੈਰ ਰੱਖਣ ਦਾ ਕਿਰਾਇਆ। ਕੀ ਗੱਲ ਇਹ ਕੋਈ ਹੈਗਾ ਆ 7ਵੇਂ ਅਸਮਾਨ ਤੇ ਉੱਤੇ ਬਣਿਆ ਹੋਇਆ ਕੋਈ ਕੀ ਕਹਿੰਦੇ ਹੁੰਦੇ ਆ ਕਿ ਵਧੀਆ ਬਣਾਤਾ ਜਿੱਥੇ ਜਾਣ ਲਈ ਤੁਹਾਡੇ ਤੋਂ ਕਿਰਾਇਆ ਲੈ ਜਾਣਾ कि बहुत वधिया। वो जिद्दां दुबई वालियां ने नहीं समुंदर दे विच बड़ियां बड़ियां बिल्डिंगां खड़ियां करके बड़े बड़े बना चुके हैं। ठीक है, उत्थे लोग जिथे कि किसानां वल्लों धरना लाया गया है ते उत्थे अपना मनोरंजन करदे आ ते ओह उत्थे अपना दे सकदे आ ते असीं देखण वास्ते आए। ओहदा जो भी किराया म्यूजियम बनाते, ये स्टेशन भी साडे लई म्यूजियम बनाते हुण इन्हां ने कि तुसीं 50 रुपए दोगे तां स्टेशन ते आ सकदे आ। ये साडे वास्ते साडीਆਂ जेबां ते डाटा, जेबां तुहाडीਆਂ खाली कर देनियां, नौकरियां तुहाडीਆਂ खत्म, पेंशनां तुहाडीਆਂ खत्म। इन्हां वास्ते सारा कुछ अपने वास्ते सहूलतां रह गईयां। जिहड़े MLA देखो सब तो वड्डी गल कि जिहड़े विरोधी आ ना सरकार दे विच वो भी नहीं इसते बोलते क्योंकि उन्हां दीयां जेबां 'च भी सरकारी खजाने 'चों पैसा आउंदा। वो इसे करके नहीं बोलते कि उन्हां नूं पता जे ये सहूलतां जो लैणगे सानूं भी मिलणगीਆਂ, चुप करके बैठे आ ਤਾਂ कि ਆਪੋਜੀਸ਼ਨ ਜਿਹੜੀ ਆ ਉਹ ਵਿਰੋਧ ਕਰੇ ਫਿਰ ਸਰਕਾਰ ਦਾ ਵਿਰੋਧ ਹੁੰਦਾ। ਪਰ ਸਰਕਾਰ ਉਹ ਆਪੋਜੀਸ਼ਨ ਕਮਜ਼ੋਰ ਆ, ਉਹ ਨਹੀਂ ਕਰਦੇ। ਸਰਕਾਰ ਧੱਕੇ ਦੇ ਨਾਲ ਤੁਹਾਡੀਆਂ ਜਿਹੜੀਆਂ ਹੈਗਾ ਹੱਕ ਜਿਹੜੇ ਆ ਉਹਨਾਂ ਦੇ ਉੱਤੇ ਕਾਨੂੰਨ ਬਣਾ ਕੇ ਖੋਈ ਜਾ ਰਹੇ ਆ। ਤੇ ਜਦੋਂ ਮੁਸੀਬਤ ਪੈਂਦੀ ਆ ਦੇਸ਼ ਦੇ ਉੱਤੇ, ਜਿੱਦਾਂ ਪਿਛਲੇ ਸਾਲ ਕਰੋਨਾ ਦੀ ਬਿਮਾਰੀ ਆਈ ਤੇ 1 ਮਹੀਨੇ ਦਾ ਲਾਕਡਾਊਨ ਲੱਗਿਆ ਤੇ ਲੋਕੀ ਆਪਣੇ ਘਰਾਂ ਦੇ ਵਿੱਚ ਹੀ ਕੈਦ ਹੋ ਗਏ ਤੇ ਜਿਹੜੇ ਕੋਈ ਮਜਬੂਰੀ ਵਾਸਤੇ ਜਿਨ੍ਹਾਂ ਕੋ ਖਾਣਾ ਵੀ ਨਹੀਂ ਸੀ, ਸਰਕਾਰ ਨੇ ਖਾਣਾ ਕੋਈ ਨਹੀਂ ਪਹੁੰਚਾਇਆ ਉਹਨਾਂ ਨੂੰ ਤੇ ਉਹਨਾਂ ਦੀ ਬਾਹ ਫੜੀ ਸਮਾਜ ਸੇਵਕਾਂ ਨੇ, ਗੁਰਦੁਆਰਾ ਕਮੇਟੀਆਂ ਨੇ ਤੇ ਤੁਹਾਡੇ ਵਰਗੇ ਪਿੰਡਾਂ ਦੇ ਵਿੱਚ ਜਿਹੜੇ ਸੱਜਣ ਸੀਗੇ ਉਹਨਾਂ ਨੇ ਘਰਾਂ ਦੇ ਵਿੱਚੋਂ ਲੰਗਰ ਬਣਾ ਕੇ ਉਹਨਾਂ ਨੂੰ ਦਿੱਤਾ, ਸੁੱਕਾ ਰਾਸ਼ਨ ਦਿੱਤਾ, ਉਹਨਾਂ ਦੀ ਬਾਹ ਫੜੀ ਤੇ ਸਰਕਾਰ ਨੇ ਉਹਦੇ ਨਾਂ ਤੇ ਵੀ ਲੋਕਾਂ ਦੇ ਕੋਲੋਂ ਕਰੋੜਾਂ ਅਰਬਾਂ ਰੁਪਈਆ ਲੈ ਕੇ ਆਪਣੇ ਉਸ ਫੰਡ ਦੇ ਵਿੱਚ ਪਾ ਲਿਆ ਤੇ ਲੋੜਵੰਦਾਂ ਨੂੰ ਨਹੀਂ ਦਿੱਤਾ। ਤੇ ਉਹ ਵਿਚਾਰੇ ਮਜ਼ਦੂਰ ਜਦੋਂ ਦੇਖਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਸਾਨੂੰ ਕੁਝ ਨਹੀਂ ਮਿਲਣਾ, ਰੁਜ਼ਗਾਰ ਸਾਡੇ ਬੰਦ ਹੋ ਗਏ, ਦਿਹਾੜੀ ਸਾਡੀ ਲੱਗਣੀ ਨਹੀਂ, ਕੈਦ ਹੋ ਕੇ ਰਹਿ ਗਏ ਤੇ ਉਹ ਵਿਚਾਰੇ ਜਾਣ ਨੂੰ ਕੋਈ ਸਾਧਨ ਨਹੀਂ। ਸਰਕਾਰ ਦਾ ਫਰਜ਼ ਬਣਦਾ ਕਿ ਆਪਣੇ ਨਾਗਰਿਕਾਂ ਨੂੰ ਪਹਿਲਾਂ ਤਾਂ ਉਹਨਾਂ ਨੂੰ ਸਹੂਲਤ ਦੇਣ ਖਾਣੇ ਦੀ, ਫਿਰ ਉਹਨਾਂ ਦੇ ਰਹਿਣ ਲਈ, ਜੇ ਰਹਿਣ ਲਈ ਨਹੀਂ ਤੇ ਜਿੱਥੇ ਉਹ ਜਾਣਾ ਚਾਹੁੰਦੇ ਉੱਥੇ ਪਹੁੰਚਾਉਣ ਦੀ ਉਹਨਾਂ ਲਈ ਟਰਾਂਸਪੋਰਟ ਦੇਣ। ਸਾਰਾ ਕੁਝ ਬੰਦ ਕਰ ਦਿੱਤਾ। ਵਿਚਾਰਿਆਂ ਦੀਆਂ ਜੁੱਤੀਆਂ ਰਾਸਤੇ ਤੇ ਟੁੱਟ ਗਈਆਂ,
ਤੁਰ ਤੁਰ ਕੇ ਲਾਈਨਾਂ ਦੇ ਉੱਤੇ ਸੜਕਾਂ ਦੇ ਉੱਤੇ ਛਾਲੇ ਪੈ ਗਏ ਤੇ ਅੱਧੇ ਰਸਤੇ ਦੇ ਵਿੱਚ ਮਰ ਗਏ। ਅੱਜ ਤੱਕ ਉਸ ਪ੍ਰਧਾਨ ਮੰਤਰੀ ਨੇ ਉਹਨਾਂ ਵਾਸਤੇ ਇੱਕ ਲਫ਼ਜ਼ ਨਹੀਂ ਸੰਸਦ ਦੇ ਵਿੱਚ ਬੋਲਿਆ ਕਿ ਇਹ ਮਾੜਾ ਹੋਇਆ ਮੇਰੇ ਸਮੇਂ ਦੇ ਵਿੱਚ। ਤੇ ਉਹ ਕਹਿੰਦਾ ਦੇਸ਼ ਬੜਾ ਅੱਗੇ ਵੱਧ ਰਿਹਾ, ਦੇਸ਼ ਵੱਧ ਰਿਹਾ ਅੱਗੇ, ਕਿ ਲੋਕ ਜਿਹੜੇ ਆ ਉਹ ਗਰੀਬ ਹੋ ਰਹੇ ਆ ਤੇ ਸਰਕਾਰ ਜਿਹੜੀ ਆ ਉਹ ਅਮੀਰ ਹੋ ਰਹੀ ਆ ਤੇ ਮਹਿੰਗਾਈ ਵੱਧ ਰਹੀ ਆ। ਇਹਨੂੰ ਖਰਿਆ ਉਹ ਇਹ ਸਮਝਦਾ ਕਿ ਦੇਸ਼ ਅੱਗੇ ਵੱਧ ਰਿਹਾ ਜਿਹੜੀ ਮਹਿੰਗਾਈ ਵੱਧ ਰਹੀ ਆ। ਜੇ ਮਹਿੰਗਾ ਹੋ ਰਿਹਾ ਤੇ ਸਾਰਾ ਕੁਝ ਇਸ ਵੇਲੇ ਉਹ ਚੀਜ਼ਾਂ ਹੋ ਰਹੀਆਂ ਜਿਹੜੀਆਂ ਆਪਾਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਵਰਤਦੇ ਆ, ਤੇ ਜੇ ਸਸਤਾ ਹੋ ਰਿਹਾ ਤਾਂ ਸਿਰਫ ਤੇ ਸਿਰਫ ਇਸ ਵੇਲੇ ਕਿਸਾਨਾਂ ਦੀ ਆਉਣ ਵਾਲੇ ਸਮੇਂ 'ਚ ਦੇਖਿਓ ਜਿਹੜੀ ਕਣਕ ਆ ਰਹੀ ਆ ਫਸਲ ਉਹ ਸਸਤੀ ਹੋ ਰਹੀ, ਉਹਦਾ ਰੇਟ ਨਹੀਂ ਮਿਲ ਰਿਹਾ, ਕਿਸਾਨ ਲੁੱਟ ਹੋ ਰਿਹਾ। ਇਹ ਧੱਕਾ ਨਹੀਂ ਤੇ ਹੋਰ ਕੀ ਹੈ। ਇਹਦੇ ਖਿਲਾਫ ਆਪਾਂ ਨੂੰ ਆਵਾਜ਼ ਬੁਲੰਦ ਕਰਨੀ ਆ ਕਿ ਹੁਣ ਵੀ ਮੰਡੀਆਂ ਦੇ ਵਿੱਚ ਜਦੋਂ ਕਣਕ ਲੈ ਕੇ ਆਉਣਾ ਤੇ ਤਾਂ ਕਿ ਸਾਡੀ ਲੁੱਟ ਨਾ ਹੋਵੇ। ਜੋ MSP ਜਿਹੜੀ ਪੱਕੀ ਬੰਨੀ ਗਈ ਉਹ ਤੋਂ ਘੱਟ ਕੋਈ ਨਾ ਖਰੀਦੇ, ਕੋਈ ਕਿਸਾਨ ਜਿਹੜਾ ਆ ਉਹ ਫਸਲ ਨਾ ਵੇਚੇ, ਉੱਥੇ ਵੀ ਏਦਾਂ ਹੀ ਡਟ ਜਾਏ ਉਹ ਮੰਡੀ ਦੇ ਵਿੱਚ, ਤਾਂ ਤੁਹਾਡਾ ਬਚਾਅ ਹੋਣਾ। ਤੇ ਮੁਸੀਬਤ ਵੇਲੇ ਤੁਸੀਂ ਜਿੱਥੇ ਸਰਕਾਰ ਨਹੀਂ ਉੱਥੇ ਪਬਲਿਕ, ਉੱਥੇ ਸਾਡੇ NRA ਵੀਰ ਉਹਨਾਂ ਨੇ ਬਾਹ ਫੜੀ ਉਸ ਸਮੇਂ ਦੇ ਵਿੱਚ। ਹਜੇ ਤੱਕ ਇਹੋ ਜਿਹੇ ਬਹੁਤ ਸਾਰੇ ਬੰਦੇ ਵਿਅਕਤੀ ਹੈਗੇ, ਮਜ਼ਦੂਰ ਹੈਗੇ ਆ, ਸਾਲ ਹੋ ਗਿਆ ਜਿਨ੍ਹਾਂ ਨੂੰ ਕਰੋਨਾ ਦੇ ਲੋਕਡਾਊਨ ਤੋਂ ਬਾਅਦ ਅੱਜ ਤੱਕ ਰੁਜ਼ਗਾਰ ਨਹੀਂ ਮੁੜ ਕੇ ਮਿਲਿਆ, ਜਿਨ੍ਹਾਂ ਦਾ ਰੁਜ਼ਗਾਰ ਖੁੱਸ ਗਿਆ ਤੇ ਉਹ ਵਿਚਾਰੇ ਰੋਟੀ ਤੋਂ ਆਵਾਜ਼ਾਰ ਜਾ ਰਿਹਾ, ਦਿਹਾੜੀਆਂ ਲਾਉਣ ਲਈ ਤਿਆਰ ਆ, ਕੋਈ ਹੋਰ ਕੰਮ ਨਹੀਂ ਮਿਲ ਰਿਹਾ। ਕਈਆਂ ਦੀਆਂ ਨੌਕਰੀਆਂ ਚੱਲ ਗਈਆਂ, ਕਈਆਂ ਦੇ ਘਰ ਛੁੱਟ ਗਏ, ਕਈ ਵਿਚਾਰੇ ਜ਼ਿੰਦਗੀ ਤੋਂ ਹੱਥ ਧੋ ਬੈਠੇ। ਤੇ ਇਹ ਜਿਹੜੇ ਮੋਦੀ ਦੇ ਹੈਗੇ ਭਗਤ, ਇਹ ਇਸਤਰੀ ਦਾ ਵੀ ਸਤਿਕਾਰ ਨਹੀਂ ਕਰਦੇ। ਮੈਂ ਬੀਬੀਆਂ ਬਾਰੇ ਗੱਲ ਕਰਨੀ ਚਾਹੁੰਦਾ 2 ਮਿੰਟ। ਉਹ ਬੀਬੀਆਂ ਪਹਿਲਾਂ ਬੜੇ ਬੈਠੀਆਂ ਸੀਗੀਆਂ ਤੇ ਬੜਾ ਉਤਸ਼ਾਹ ਸੀ, ਪੰਡਾਲ ਜਿਹੜਾ ਸੀ ਉਹ ਸੰਘਰਸ਼ ਦਾ ਭਰਿਆ ਪਿਆ ਸੀ, ਬੜਾ ਉਤਸ਼ਾਹ ਸੀ। ਤੇ ਮੈਨੂੰ ਸਮਝ ਨਹੀਂ ਆਈ ਕਿ ਆਪਾਂ ਏਡੀ ਵੱਡੀ ਕਾਲ ਆ ਜਿੱਥੇ ਉਹ ਵਿਚਾਰੇ, ਉਹਨਾਂ ਵੱਲ ਦੇਖੋ ਜਿਹੜੇ ਦਿੱਲੀ 6 ਮਹੀਨੇ ਹੋ ਗਏ, 4 ਮਹੀਨੇ ਹੋ ਗਏ ਬੈਠਿਆਂ ਨੂੰ, ਤੇ ਆਪਾਂ 4-5 ਘੰਟੇ ਦੀ ਗੱਲ ਆ, ਬਹਿ ਜਾਓ। ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਤਾਂ ਉਹ ਮਜਬੂਰੀ ਵਾਸਤੇ ਜਾ ਸਕਦਾ। ਇਸਤਰੀ ਨੂੰ ਇਹਨਾਂ ਦੇ ਮੋਦੀ ਭਗਤ ਨੇ ਜਿੰਨੀ ਇਨਸਲਟ ਇਹ ਕਰਦੇ ਆ ਕਿ ਇਹ ਕਹਿੰਦੇ ਸਿਰਫ ਇੱਕ ਮਸ਼ੀਨ ਆ ਰਸੋਈ ਦੇ ਵਿੱਚ ਰੋਟੀ ਬਣਾਉਣ ਵਾਲੀ, ਕੰਮ ਕਰਨ ਵਾਲੀ। ਇਸਤਰੀ ਦਾ ਅਪਮਾਨ ਇਹ ਕਰਦੇ ਆ। ਇਹਨਾਂ ਦੇ ਜਿੰਨੇ ਹੈਗੇ ਮੁੱਖ ਮੰਤਰੀ ਸਟੇਟਾਂ ਦੇ, ਉਹਨਾਂ ਦੇ ਹੁਣ ਤੁਸੀਂ ਪਿੱਛੇ ਬਿਆਨ ਪੜ੍ਹੇ ਹੋਣੇ ਆ ਤੀਰਥ ਰਾਵਤ ਜਿਹੜਾ ਉੱਤਰਾਖੰਡ ਦਾ, ਉਹਨੇ ਇਸਤਰੀ ਦਾ ਅਪਮਾਨ ਕੀਤਾ ਤੇ ਕਿੰਨਾ ਵਿਰੋਧ ਉਹਦਾ ਹੋ ਰਿਹਾ ਕਿ ਆਜ਼ਾਦੀ ਇਸਤਰੀ ਦੀ ਖੋਈ ਜਾ ਰਹੀ ਆ। ਕੀ ਗੱਲ, ਇਸਤਰੀ ਸਮਾਜ ਦੇ ਵਿੱਚ ਵਿਕਾਸ ਕਰ ਰਹੀ ਆ, ਮੋਢੇ ਦੇ ਨਾਲ ਮੋਢਾ ਜੋੜ ਕੇ ਬੰਦੇ ਦੇ ਨਾਲ ਕੰਮ ਕਰ ਰਹੀ ਆ, ਦਫ਼ਤਰਾਂ ਵਿੱਚ ਕੰਮ ਕਰ ਰਹੀ ਆ, ਹਰ ਮਹਿਕਮੇ ਦੇ ਵਿੱਚ ਇਸਤਰੀ ਆ। ਤੇ ਉਹਨਾਂ ਦਾ ਮੰਤਰੀ ਕਹਿੰਦਾ ਇਹ ਸਿਰਫ ਰਸੋਈ ਵਾਸਤੇ ਹੀ ਆ ਇਸਤਰੀ। ਤੇ ਇਹਨਾਂ ਦਾ ਸਾਨੂੰ ਵਿਰੋਧ ਕਰਨਾ ਪੈਣਾ ਕਿਉਂਕਿ ਇਹ ਹਰ ਵਰਗ ਦੇ ਨਾਲ ਇਹ ਟੱਕਰ ਲੈ ਰਹੇ, ਖਿਲਾਫ ਹੋ ਰਹੇ ਆ, ਇਸਤਰੀਆਂ ਦੇ ਨਾਲ ਵੀ। ਤੇ ਇਸਤਰੀਆਂ ਬਾਰੇ ਜਿਹੜੇ ਬਾਬੇ ਨਾਨਕ ਨੇ ਗੱਲ ਕਹੀ ਸੀ, ਸੋ ਕੋ ਮੰਦਾ ਆਖੇ ਜਿੱਤ ਜੰਮੇ ਰਜਾਨ, ਸਾਨੂੰ ਖੜਨਾ ਪੈਣਾ ਬਾਬੇ ਨਾਨਕ ਦੀ ਸੋਚ ਤੇ। ਤੇ ਇਸਤਰੀਆਂ ਵਾਸਤੇ ਏਡੀਆਂ ਭੈੜੀਆਂ ਗੱਲਾਂ ਕਹਿ ਰਹੇ, ਮੈਂ ਸਟੇਜ ਤੇ ਕਹਿ ਨਹੀਂ ਸਕਦਾ। ਠੀਕ ਆ, ਹਰ ਇੱਕ ਨੂੰ ਆਜ਼ਾਦੀ ਆ ਆਪਣਾ ਪਹਿਰਾਵਾ ਆਪਣੇ ਢੰਗ ਦਾ ਪਾਉਣ ਦਾ। ਪੰਜਾਬ ਦਾ ਸਾਡਾ ਆਪਣਾ ਵੱਖਰਾ ਪਹਿਰਾਵਾ ਆ। ਚੰਡੀਗੜ੍ਹ ਚੱਲ ਜਾਈਏ, ਉੱਧਰ ਆਪਣਾ ਵੱਖਰਾ ਪਹਿਰਾਵਾ, ਕੋਈ ਜੀਨਾ ਪਾਉਂਦਾ, ਕਿੱਦਾਂ ਦੇ ਕੱਪੜੇ ਪਾਉਂਦਾ। ਤੇ ਆਪਾਂ ਕਿਸੇ ਨੂੰ ਜ਼ਬਰਦਸਤੀ ਨਹੀਂ ਕਹਿ ਸਕਦੇ। ਤੇ ਇਹਨਾਂ ਨੇ ਏਦਾਂ ਦੀਆਂ ਗੱਲਾਂ ਕੀਤੀਆਂ ਬੀਬੀਆਂ ਬਾਰੇ, ਤੇ ਲਾਹਣਤਾਂ ਇਹਨਾਂ ਨੂੰ ਪੈਂਦੀਆਂ ਤੇ ਪੈਂਦੀਆਂ ਰਹਿਣਗੀਆਂ। ਸੋ ਇਹ ਸੰਘਰਸ਼ ਜਿਹੜਾ ਪੰਜਾਬ ਤੋਂ ਚੱਲਿਆ ਸੀ 6 ਮਹੀਨੇ ਪਹਿਲਾਂ, ਤੁਸੀਂ ਸੁੱਤਿਆਂ ਨੂੰ ਜਗਾਤਾ। ਪੂਰਾ ਦੇਸ਼, ਪੂਰਾ ਸਾਡਾ ਜਿਹੜਾ ਭਾਰਤ ਆ, ਉਹ ਸਾਰੀਆਂ ਸਟੇਟਾਂ ਦੇ ਲੋਕ ਏਦਾਂ ਆ ਕੇ ਦਿੱਲੀ ਖੜ ਗਏ ਸਾਡੇ ਨਾਲ ਕਿਸਾਨਾਂ ਦੇ। ਉਹ ਕਹਿੰਦੇ ਹੁਣ ਤੁਸੀਂ ਪਿੱਛੇ, ਅਸੀਂ ਮੋਹਰੇ ਮਰਾਂਗੇ ਤੁਹਾਡੇ ਤੋਂ। ਇਹ ਏਕਤਾ ਬਣ ਗਈ। ਇਹ ਏਕਤਾ ਤੁਹਾਡੇ ਜੋਸ਼ ਨੇ ਬਣਾਇਆ। ਤੇ ਤੁਹਾਡੇ ਵੱਲ ਦੇਖ ਕੇ ਬਾਹਰਲੇ ਮੁਲਕਾਂ ਦੇ ਵਿੱਚ, ਏਸ਼ੀਆਈ ਤੇ ਵਰਲਡ ਦੇ ਮੁਲਕਾਂ ਦੇ ਵਿੱਚ ਕਿਸਾਨਾਂ ਨੂੰ ਵੀ ਲੱਗਾ ਕਿ ਅਸੀਂ ਵੀ ਕਿਉਂ ਨਾ ਆਪਣੇ ਸੰਘਰਸ਼ ਲਈ ਲੜੀਏ। ਤੁਸੀਂ ਉਹਨਾਂ ਨੂੰ ਵੀ ਜਗਾਤਾ। ਜਿੱਦਾਂ ਇੱਕ ਦੀਵਾ ਨਾ ਦੂਜੇ ਦੀਵੇ ਨੂੰ ਲਾਈਟ ਦਿਖਾ ਦਿੰਦਾ ਤੇ ਇੱਕ ਉਹ ਅਗਲੇ ਨੂੰ, ਤੇ ਚਾਨਣ ਹੁੰਦਿਆਂ ਦੀਵਾਲੀ ਦੇ ਦੀਵਿਆਂ ਵਾਂਗੂ ਲੜੀ ਜਗ ਪੈਂਦੀ ਸਾਰੇ ਦੀਵਿਆਂ ਦੀ। ਏਦਾਂ ਹੋਈ ਆ ਕਿ ਸਾਰੇ ਮੁਲਕਾਂ ਦੇ ਵਿੱਚ, ਬਾਹਰਲੇ ਮੁਲਕਾਂ ਦੇ ਵਿੱਚ ਵੀ ਕਿਸਾਨ ਜਿਹੜੇ ਆ ਉਹ ਅੰਦਰੋਂ ਜਾਗੇ ਤੇ ਆਪਣੇ ਹੱਕਾਂ ਲਈ, ਆਪਣੇ ਸੰਘਰਸ਼ ਦੇ ਲਈ ਉਹ ਸਰਕਾਰਾਂ ਦੇ ਵਿਰੁੱਧ ਡਟ ਗਏ।
ਸਿਰਫ ਪੰਜਾਬ ਵੱਲ ਦੇਖ ਕੇ ਤੁਸੀਂ ਉਹਨਾਂ ਨੂੰ ਵੀ ਜਗਾਇਆ। ਇਹ ਸਭ ਤੋਂ ਵੱਡੀ